ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਨਿਰਧਾਰਿਤ ਪਾਠ ਪੁਸਤਕ ਸੂਰਜ ਮੰਦਰ ਦੀਆਂ ਪੌੜੀਆਂ, ਜਿਸ ਦੇ ਲੇਖਕ ਡਾਕਟਰ ਸੁਰਜੀਤ ਸਿੰਘ ਪਾਤਰ ਹਨ, ਵਿੱਚੋਂ ਆਪਾਂ ਇੱਕ ਅਗਲਾ ਨਿਬੰਧ, ਇੱਕ ਨਾਟਕ ਦਾ ਲੇਖ, ਇਹਦੇ ਬਾਰੇ ਚਰਚਾ ਕਰਾਂਗੇ। ਇਸ ਕਾਂਡ ਦੀ ਆਪਾਂ ਗੱਲ ਕਰਾਂਗੇ। ਇਸ ਕਾਂਡ ਦੇ ਵਿੱਚ ਪੇਸ਼ ਕੀਤੇ ਗਏ ਵਿਸ਼ੇ ਵਸਤੂ ਦੀ ਗੱਲ ਵੀ ਕਰਾਂਗੇ, ਸਾਰ ਦੀ ਗੱਲ ਕਰਾਂਗੇ, ਔਰ ਨਾਲ ਹੀ ਇਸ ਨਿਬੰਧ ਦੇ ਵਿੱਚੋਂ ਪੈਦਾ ਹੋਣ ਵਾਲੇ ਸੰਭਾਵੀ ਛੋਟੇ ਪ੍ਰਸ਼ਨਾਂ ਦੀ ਗੱਲ ਵੀ ਆਪਾਂ ਸਪਸ਼ਟ ਕਰਾਂਗੇ, ਜ਼ਿਕਰ ਕਰਾਂਗੇ ਉਹਨਾਂ ਦਾ। ਆਪਾਂ ਇਸ ਨਾਟਕ ਦਾ ਪਹਿਲਾਂ ਸਮੁੱਚਾ ਜਿਹੜਾ ਸਾਰ ਆ ਉਹ ਕਰਦੇ ਹਾਂ, ਉਹਦੇ ਬਾਰੇ ਪੜ੍ਹ ਲੈਂਦੇ ਹਾਂ। ਇਹਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਣਗੀਆਂ ਕਿ ਇਹਨਾਂ ਦੀ ਵਿਆਖਿਆ ਕਰਨੀ ਜ਼ਰੂਰੀ ਉਹ ਆਪਾਂ ਕਰਾਂਗੇ। ਇੱਕ ਨਾਟਕ ਦਾ ਲੇਖ। ਕਵੀ ਲਿਖਦਾ ਹੈ, ਮੇਰੇ ਨਾਲ ਇਹੋ ਜਿਹਾ ਕੁਝ ਨਹੀਂ ਹੋਇਆ, ਪਰ ਮੇਰੇ ਅੰਦਰ ਵੀ ਇੱਕ ਭਰਥਰੀ ਕੰਬਦਾ ਹੈ, ਕੀ ਪਤਾ ਹੋਇਆ ਹੀ ਹੋਵੇ। ਤੋਤਾ ਮੈਣਾ ਦੇ ਕਿੱਸੇ ਵਿੱਚ ਇੱਕ ਕਿੱਸਾ ਮੈਣਾ ਸੁਣਾਉਂਦੀ ਹੈ, ਪੁਰਖ ਦੀ ਬੇਵਫਾਈ ਦਾ। ਇੱਕ ਕਿੱਸਾ ਤੋਤਾ ਸੁਣਾਉਂਦਾ ਹੈ, ਨਾਰ ਦੀ ਬੇਵਫਾਈ ਦਾ। ਇਹ ਸਾਡੀ ਲੋਕ ਕਿੱਸੇ ਹੈ, ਕਹਾਣੀ ਹੈ, ਲੋਕ ਬਾਤਾਂ ਹੈ, ਉਹਨਾਂ ਦੀ ਗੱਲ ਲੇਖਕ ਕਰ ਰਿਹਾ। ਲੂਣਾ ਸਲਵਾਨ ਨਾਲ ਬੇਵਫਾਈ ਕਰਦੀ ਹੈ, ਕੋਕਿਲਾਂ ਰਸੂਲ ਨਾਲ, ਪਿੰਗਲਾਂ ਭਰਥਰੀ ਨਾਲ। ਪਰ ਲੂਣਾ, ਕੋਕਿਲਾਂ, ਪਿੰਗਲਾਂ ਇਹ ਸਾਰੀਆਂ ਔਰਤ ਪਾਤਰ ਹੈ, ਔਰ ਇਹਨਾਂ ਦੇ ਵਿੱਚ ਦੱਸਿਆ ਗਿਆ ਕਿ ਇਹ ਆਪਣੇ ਮਰਦ ਸਾਥੀਆਂ ਦੇ ਨਾਲ ਬੇਵਫਾਈ ਕਰ ਰਹੀ ਹੈ। ਦੂਜੇ ਪਾਸੇ ਬਹੁਤ ਸਾਰੇ ਮਰਦ ਵੀ ਹੈ ਜਿਹੜੇ ਇਸ ਤਰ੍ਹਾਂ ਦੇ ਘਟਨਾਕ੍ਰਮ ਨੂੰ ਅੰਜਾਮ ਦਿੰਦੇ ਆ, ਇਸ ਤਰ੍ਹਾਂ ਕਰਦੇ ਆ। ਪਤਾ ਨਹੀਂ ਇਹਨਾਂ ਦੇ ਪਤੀ ਰਾਜਿਆਂ ਦੀਆਂ ਹੋਰ ਕਿੰਨੀਆਂ ਰਾਣੀਆਂ ਸਨ, ਇਹਨਾਂ ਦੀ ਬੇਵਫਾਈ ਕੀ ਬੇਵਫਾਈ ਹੈ। ਹੁਣ ਇੱਥੇ ਲੇਖਕ ਸਪਸ਼ਟ ਕਰਦਾ ਹੈ ਕਿ ਜੇਕਰ ਇਹਨਾਂ ਰਾਜਿਆਂ ਦੀਆਂ ਹੋਰ ਪਤਨੀਆਂ ਹੈਗੀਆਂ ਔਰ ਬਹੁਤ ਸਾਰੀਆਂ ਪਤਨੀਆਂ ਹੈਗੀਆਂ, ਕਿ ਉਹਨਾਂ ਨੂੰ ਹੱਕ ਸੀ ਕਿ ਇੱਕ ਤੋਂ ਵੱਧ ਵਿਆਹ ਕਰਾਉਣ ਦਾ, ਕਿ ਇਹ ਉਹਨਾਂ ਨਾਲ ਬੇਵਫਾਈ ਨਹੀਂ ਸੀ। ਇਹ ਇੱਕ ਕੁਐਸਚਨ ਹੈ ਜਿਹੜਾ ਇੱਥੇ ਖੜਾ ਕਰਦਾ ਹੈਗਾ ਲੇਖਕ। ਪਰ ਜਿਸ ਨਾਟਕ ਦੇ ਲੇਖ ਦੀ ਮੈਂ ਗੱਲ ਕਰਨ ਲੱਗਾ ਹਾਂ, ਤੇ ਜਿਹੜਾ ਦੱਖਣੀ ਅਫਰੀਕਾ ਦੇ ਸਾਹਿਤਕਾਰ ਕੈਨ ਥੈਂਬਾ ਦੀ ਕਹਾਣੀ ਦੇ ਆਧਾਰਿਤ ਹੈ, ਉਸ ਦੀ ਨਾਇਕਾ ਸੱਚਮੁੱਚ ਆਪਣੇ ਪਤੀ ਨਾਲ ਬੇਵਫਾਈ ਕਰਦੀ ਹੈ। ਵਿਦਿਆਰਥੀਓ, ਜਿਹੜੇ ਨਾਟਕ ਦੀ ਗੱਲ ਕਰ ਰਿਹਾ ਲੇਖਕ, ਉਹ ਹੈਗਾ ਦੱਖਣੀ ਅਫਰੀਕਾ, ਇੱਕ ਦੇਸ਼ ਹੈ। ਉੱਥੋਂ ਦਾ ਇੱਕ ਨਾਟਕਕਾਰ ਹੈਗਾ ਕੈਨ ਥੈਂਬਰਾ, ਉੱਥੋਂ ਦਾ ਇੱਕ ਲੇਖਕ ਹੈਗਾ, ਉਹਦਾ ਨਾਟਕ ਹੈਗਾ ਕੈਨ ਥੈਂਬਰਾ ਦੀ ਕਹਾਣੀ ਦੇ ਆਧਾਰਿਤ ਹੈ। ਸੋ ਇਸ ਦੀ ਜਿਹੜੀ ਨਾਇਕਾ ਹੈਗੀ ਹੈ, ਉਹ ਆਪਣੇ ਪਤੀ ਦੇ ਨਾਲ ਕਿਸ ਢੰਗ ਦੇ ਨਾਲ ਬੇਵਫਾਈ ਕਰਦੀ ਹੈ, ਉਹਦੇ ਬਾਰੇ ਜ਼ਿਕਰ ਕੀਤਾ ਗਿਆ ਇਸ ਨਾਟਕ ਦੇ ਵਿੱਚ, ਕੈਨ ਥੈਂਬਰਾ ਦੇ ਵਿੱਚ। ਉਹਦਾ ਜ਼ਿਕਰ ਕਰੂਗਾ। ਨੀਲਮ ਮਾਨ ਸਿੰਘ ਚੌਧਰੀ ਦਾ ਸ਼ੁਮਾਰ ਇਸ ਵੇਲੇ ਭਾਰਤ ਦੇ 3-4 ਸਭ ਤੋਂ ਵੱਡੇ ਨਾਟਕ ਨਿਰਦੇਸ਼ਕਾਂ ਵਿੱਚ ਹੁੰਦਾ ਹੈ। ਉਹ ਅੰਗਰੇਜ਼ੀ ਸਕੂਲਾਂ ਦੀ ਪੜ੍ਹੀ ਹੋਈ ਤੇ ਉੱਚੇ ਵਰਗ ਦੇ ਲੋਕਾਂ ਵਿੱਚ ਰਹਿਣ ਵਾਲੀ ਬਹੁਤ ਰੌਸ਼ਨ ਦਿਮਾਗ ਤੇ ਰੌਸ਼ਨ ਜ਼ਮੀਰ ਨਾਟ ਨਿਰਦੇਸ਼ਕਾ ਹੈ। ਨਾਟ ਨਿਰਦੇਸ਼ਕਾ, ਰੌਸ਼ਨ ਜ਼ਮੀਰ, ਜਿਹੜੇ ਬੰਦਾ ਬਹੁਤ ਅੱਗਾਂ ਵਧਿਆ ਹੋਵੇ, ਵਿਦਵਾਨ ਹੋਵੇ, ਬਹੁਤ ਵੱਡਾ ਲੇਖਕ ਹੋਵੇ, ਉਹਨਾਂ ਦੇ ਵਿੱਚ ਨੀਲਮ ਮਾਨ ਸਿੰਘ ਦਾ ਵੀ ਨਾਂ ਆਉਂਦਾ ਹੈ। ਹਰ ਵੇਲੇ ਨਾਟਕੀ ਸਿਰਜਣਾ ਸ਼ਕਤੀ ਨਾਲ ਜਗਦੀ ਤੇ ਬੇਚੈਨ, ਉਹ ਨਾਟਕ ਹਮੇਸ਼ਾ ਪੰਜਾਬੀ ਵਿੱਚ ਖੇਡਦੀ ਹੈ। ਉਸਦਾ ਨਾਟਕ ਮੰਡਲੀ ਲਈ ਮੈਂ ਬਹੁਤ ਸਾਰੇ ਨਾਟਕਾਂ ਦੇ ਰੂਪਾਂਤਰਨ ਕੀਤੇ ਨੇ, ਕਈ ਕਹਾਣੀਆਂ ਦੇ ਨਾਟਕ ਬਣਾਏ ਹੈ। ਸ਼ਹਿਰ ਮੇਰੇ ਦੀ ਪਾਗਲ ਔਰਤ, ਸਈਓ ਨੀ ਮੈਂ ਅੰਤਹੀਨ ਤਰਕਾਲਾਂ, ਹੇਠ ਵਗੇ ਦਰਿਆ, ਨਾਗ ਲੀਲਾ, ਕਿਚਨ ਕਥਾ, ਸੇਬੋ ਇਨ ਸੁਪਰਮਾਰਕੀਟ, ਮੈਂ ਹੱਸਦਾ ਹੁੰਨਾ। ਨੀਲਮ ਦੇ ਸਾਰੇ ਨਾਟਕ ਐਕਸਪੋਰਟ ਕੁਆਲਿਟੀ ਦੇ ਹੁੰਦੇ ਹਨ। ਲੰਡਨ, ਟੋਕੀਓ, ਪੈਰਿਸ ਦੇ ਬਹੁਤ ਵੱਡੇ ਨਾਟਕ ਉਤਸਵਾਂ ਵਿੱਚ ਨੀਲਮ ਨੇ ਆਪਣੇ ਪੰਜਾਬੀ ਨਾਟਕਾਂ ਨਾਲ ਭਾਰਤ ਦੀ ਨੁਮਾਇੰਦਗੀ ਕੀਤੀ। ਨੀਲਮ ਆਪਣੇ ਨਾਟਕਾਂ ਵਿੱਚ ਬਿੰਬ ਸਿਰਜਣਾ ਦੀ ਮਾਹਿਰ ਹੈ। ਉਸ ਲਈ ਕੰਮ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਕੰਮ ਕਰਦਿਆਂ ਉਸ ਦੀ ਨਿਗਾਹ
ਵਿੱਚ ਉਹ ਆਪ ਹੀ ਦਰਸ਼ਕ ਹੁੰਦੀ ਹੈ। ਉਹ ਆਪਣੇ ਆਪ ਨਾਲ ਹੀ ਸੰਚਾਰ ਕਰ ਰਹੀ ਹੁੰਦੀ ਹੈ ਜਾਂ ਆਪਣੇ ਵਰਗੇ ਹੋਰ ਲੋਕਾਂ ਨਾਲ। ਇਸ ਵਾਰ ਜਿਹੜੀ ਕਹਾਣੀ ਦਾ ਮੈਂ ਨਾਟਕ ਬਣਾ ਰਿਹਾ ਸਾਂ ਉਸ ਦਾ ਨਾਮ ਹੈ ਸੂਟ। ਮੀਆਂ ਬੀਵੀ ਸੁੱਖੀ ਸਾਂਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਚੁਲਬੁਲਾ ਜਿਹਾ ਪਤੀ ਆਪਣੀ ਪਤਨੀ ਨੂੰ ਪਿਆਰ ਕਰਨ ਵਾਲਾ, ਉਹਦੇ ਨਾਜ਼ ਨਖਰੇ ਉਠਾਉਣ ਵਾਲਾ। ਸੂਟ ਨਾਟਕ ਦੀ ਇਹ ਕਹਾਣੀ ਹੁਣ ਸੁਣਾਉਣ ਲੱਗ ਗਿਆ। ਮੈਂ ਇਸ ਨਾਟਕ ਦਾ ਆਰੰਭ ਇਸ ਤਰ੍ਹਾਂ ਕੀਤਾ। ਪਤੀ ਸਾਜਰੇ ਜਾਗ ਪੈਂਦਾ ਹੈ। ਸੁਬਹ ਸਦਿਆਂ ਜਲਦੀ, ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਦੀ ਗੱਲ। ਪਤਨੀ ਅਜੇ ਸੁੱਤੀ ਹੋਈ ਹੈ। ਉਹ ਉਸਨੂੰ ਜਗਾਉਂਦਾ ਨਹੀਂ, ਆਪ ਹੀ ਚਾਹ ਬਣਾਉਂਦਾ ਹੈ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਜਰਾ ਹੋਰ ਸੌਂ ਲਵੇ, ਮੈਨੂੰ ਇਹ ਸੁੱਤੀ ਪਈ ਬਹੁਤ ਚੰਗੀ ਲੱਗਦੀ ਹੈ, ਹੋਰ ਵੀ ਮਾਸੂਮ, ਸ਼ਾਂਤ ਤੇ ਤ੍ਰਿਪਤ। ਮੈਂ ਇਹਨੂੰ ਸੁੱਤੀ ਨੂੰ ਕਦੀ ਨਹੀਂ ਜਗਾਇਆ, ਸਿਰਫ ਇੱਕ ਵਾਰ ਜਗਾਇਆ ਸੀ। ਉਸ ਰਾਤ ਅਸੀਂ ਕਿਸੇ ਗੱਲੋਂ ਨਾਰਾਜ਼ ਹੋ ਗਏ ਸਾਂ। ਇਹ ਰੋਂਦੀ ਰੋਂਦੀ ਸੌਂ ਗਈ ਸੀ। ਮੈਂ ਦੇਰ ਤੱਕ ਜਾਗਦਾ ਰਿਹਾ। ਮੈਨੂੰ ਅਚਾਨਕ ਕਿਸੇ ਦਾ ਸ਼ੇਅਰ ਯਾਦ ਆਇਆ। ਉਹ ਜੋ ਪਿਆਸਾ ਸੌਂ ਗਿਆ, ਤੂੰ ਉਹਨੂੰ ਚੁੰਮ ਕੇ ਜਗਾ ਲੈ। ਕਿਤੇ ਆਪਣੇ ਸੁਪਨਿਆਂ ਵਿੱਚ ਉਹ ਪਾਣੀ ਲਈ ਥਾਂ ਕੁਥਾਂ ਭਟਕਦਾ ਨਾ ਹੋਵੇ। ਮੈਂ ਇਹਨੂੰ ਚੁੰਮ ਕੇ ਜਗਾ ਲਿਆ ਸੀ ਤੇ ਇਹ ਮੁਸਕਰਾ ਕੇ ਫਿਰ ਸੌਂ ਗਈ ਸੀ। ਕਈ ਵਾਰ ਕੋਈ ਤੁਹਾਨੂੰ ਕਿੰਨਾ ਕੋਲ ਸੁੱਤਾ ਹੁੰਦਾ ਹੈ, ਕਈ ਵਾਰ ਕੋਈ ਤੁਹਾਡੇ ਕੋਲ ਕਿੰਨਾ ਸੁੱਤਾ ਹੁੰਦਾ ਹੈ ਤੁਹਾਡੇ ਨਾਲ ਲੱਗ ਕੇ, ਪਰ ਤੁਹਾਨੂੰ ਕੀ ਪਤਾ ਉਹ ਆਪਣੇ ਸੁਪਨਿਆਂ ਵਿੱਚ ਕਿੱਥੇ ਹੋਵੇ। ਉਹ ਕਿਸੇ ਨੇ ਕਿਹਾ ਹੈ ਨਾ, ਗਾਉਣ ਲੱਗ ਪੈਂਦਾ ਹੈ। ਬਹੁਤ ਕਰੀਬ ਸਹੀ ਫਿਰ ਵੀ ਫਾਸਲਾ ਰੱਖੀ, ਮਿਲਣ ਦੀ ਰਾਤ 'ਚ ਵੀ ਹਿਜ਼ਰ ਜਾਗਦਾ ਰੱਖੀ। ਉਹ ਤੇਰੇ ਪਹਿਲੋਂ ਹੀ ਸੁੱਤਾ ਹੋਇਆ ਹੈ, ਬੇਸ਼ੱਕ ਉਹ ਕਿੱਥੇ ਹੁੰਦਾ ਹੈ, ਖੁਆਬਾਂ 'ਚ ਕੁਝ ਪਤਾ ਰੱਖੀ। ਹੱਸ ਪੈਂਦਾ ਹੈ। ਇੱਕ ਵਾਰ ਇਹਨੇ ਵੀ ਮੈਨੂੰ ਸੁੱਤੇ ਪੈ ਨੂੰ ਅਵੜਵਾਹੇ ਜਗਾ ਲਿਆ ਸੀ। ਇਹ ਸੁਪਨੇ ਵਿੱਚ ਡਰ ਗਈ ਸੀ। ਕਹਿਣ ਲੱਗੀ, ਮੁਖਤਾਰ ਕੋਈ ਉਜਾੜ ਬੀਆਬੀਨ ਸੀ, ਮੈਂ ਕੱਲੀ ਡਰ ਗਈ ਸੀ। ਮੈਂ ਤੈਨੂੰ ਬਹੁਤ ਆਵਾਜ਼ਾਂ ਮਾਰੀਆਂ ਮੁਖਤਾਰ, ਪਰ ਤੂੰ ਕਿਤੋਂ ਨਾ ਬੋਲਿਆ। ਤੂੰ ਕਿੱਥੇ ਚਲਾ ਗਿਆ ਸੈਂ? ਤੂੰ ਕਿਉਂ ਨਹੀਂ ਸੀ ਮੇਰੇ ਖਾਬ ਵਿੱਚ? ਖਾਬ ਹੁੰਦਾ ਸੁਪਨਾ। ਮੁਖਤਾਰ ਇਸ ਨਾਟਕ ਦਾ ਜਿਹੜਾ ਨਾਇਕ ਹੈ। ਇਹ ਭਲਾ ਇਹਦਾ ਕਸੂਰ ਸੀ ਕਿ ਮੇਰਾ ਮੈਂ ਕਿਉਂ ਨਹੀਂ ਸੀ ਇਹਦੇ ਖੁਆਬ ਵਿੱਚ? ਮੈਨੂੰ ਕੀ ਪਤਾ ਸੀ ਇਹਦੇ ਖੁਆਬ ਵਿੱਚ ਕਿਵੇਂ ਐਂਟਰ ਕਰਾਂ? ਮੈਂ ਬਸ ਦੁਆ ਕਰ ਸਕਦਾ ਹਾਂ ਕਿ ਇਹਦੇ ਨਾਲ ਵੀ ਮੈਂ ਹੀ ਸੋਵਾਂ, ਇਹਦੇ ਖੁਆਬਾਂ ਵਿੱਚ ਵੀ ਮੈਂ ਹੀ ਹੋਵਾਂ। ਰੱਬਾ, ਮੈਂ ਤਾਂ ਤੈਥੋਂ ਇਹੀ ਮੰਗਦਾ ਸਵੇਰ ਸਵੇਰ। ਖੈਰ, ਇਸ ਵੇਲੇ ਇਹਦੇ ਖਾਬ ਵਿੱਚ ਐਂਟਰੀ ਕਰਨ ਦਾ ਇਹੀ ਤਰੀਕਾ ਹੈ ਕਿ ਚਾਹ ਦਾ ਕੱਪ ਲੈ ਕੇ ਇਹਦੀ ਨੀਂਦ ਦੇ ਬੂਹੇ ਤੇ ਦਸਤਕ ਦਿੱਤੀ ਜਾਵੇ। ਬੀਵੀ ਲਈ ਚਾਹ ਲੈ ਕੇ ਜਾਂਦਾ ਹਾਂ। ਜਾਗੋ ਮੋਹਨ ਪਿਆਰੇ, ਜਾਗੋ ਜੇ ਚਾਦਰ ਕੇ ਬਾਦਲ ਹਟਾਓ, ਚਾंद सा मुखड़ा हमको दिखाओ, चाय का प्याला पुकारे, जागो मोहन प्यारे। ਕੋਰਸ ਚੋਂ ਇੱਕ ਜਣਾ ਸਰੋਤਿਆਂ ਨੂੰ ਸੰਬੋਧਿਤ ਹੁੰਦਾ ਹੈ। ਸਹਿਬਾਨ, ਇਸ ਰਾਜੀ ਖੁਸ਼ੀ ਵਸਦੀ ਜੋੜੀ ਵਿੱਚੋਂ ਕਿਸੇ ਨੂੰ ਨਹੀਂ ਪਤਾ ਕਿ ਉੱਪਰ ਸਿਤਾਰੇ ਇਹਨਾਂ ਬਾਰੇ ਕੀ ਸਲਾਹ ਕਰ ਰਹੇ ਹਨ। ਅੱਜ ਜਿਹੜੀ ਬੱਸ ਤੇ ਸਵਾਰ ਹੋ ਕੇ ਮੁਖਤਾਰ ਕੰਮ ਲਈ ਜਾਵੇਗਾ ਉਹੀ ਹੋਵੇਗੀ ਜੋ ਕੱਲ ਸੀ। ਤਕਰੀਬਨ ਉਹੀ ਸਵਾਰੀਆਂ ਹੋਣਗੀਆਂ ਜੋ ਕੱਲ ਸਨ। ਉਹੀ ਸੜਕ ਹੋਵੇ ਜੋ ਕੱਲ ਸੀ। ਉਹੀ ਹੋਏਗਾ ਖੁੱਲੇ ਡੁੱਲੇ ਸੁਭਾਅ ਵਾਲਾ ਭਾਈਆ ਇਕਬਾਲ, ਮੁਖਤਾਰ ਦਾ ਕਈ ਸਾਲਾਂ ਦਾ ਸੰਗੀ। ਉਹਦਾ ਦੋਸਤ ਹੈ ਮੁਖਤਿਆਰ ਦਾ, ਇਕਬਾਲ ਦੋਸਤ ਹੈ। ਪਰ ਅੱਜ ਉਹਦੇ ਬੋਲਾਂ ਵਿੱਚ ਥੋੜ੍ਹੀ ਜਿਹੀ ਝਿਜਕ ਹੋਵੇਗੀ। ਉਹ ਥੋੜ੍ਹੇ ਜਿਹੇ ਥਿੜਕਦੇ ਕੰਮ ਦੇ ਬੋਲਾਂ ਨਾਲ ਮੁਖਤਾਰ ਨੂੰ ਇੱਕ ਐਸੀ ਗੱਲ ਕਹੇਗਾ ਕਿ ਮੁਖਤਾਰ ਲਈ ਤਾਰੇ ਸ਼ਾਹ ਹੋ ਜਾਣਗੇ, ਚੰਨ ਕਾਲਾ ਹੋ ਜਾਵੇਗਾ, ਘਰ ਵਿੱਚ ਲੱਗੀ ਇੱਕ ਫੁੱਲਾਂ ਦੀ ਵੇਲ ਨਾਗਣ ਹੋ ਜਾਵੇਗੀ, ਰੁੱਖ ਤੁਰਨ ਲੱਗ ਪੈਣਗੇ। ਅਸਲ ਦੇ ਵਿੱਚ ਮੁਖਤਾਰ ਨੂੰ ਉਹਦਾ ਦੋਸਤ ਇਕਬਾਲ ਇੱਕ ਗੱਲ ਦੱਸਦਾ ਹੈ ਕਿ ਤੇਰੀ ਜਿਹੜੀ ਵਾਈਫ ਹੈ, ਤੇਰੀ ਪਤਨੀ ਹੈ, ਜਦੋਂ ਤੂੰ ਆਫਿਸ ਦੇ ਵਿੱਚ ਚਲਿਆ ਜਾਂਦਾ, ਕੰਮ ਤੇ ਚਲਿਆ ਜਾਂਦਾ, ਉਦੋਂ ਬਾਅਦ ਉਹਦੇ ਕੋਲੇ ਕੋਈ ਮਿਲਣ ਆਉਂਦਾ। ਪੀਲਾ ਪ੍ਰੇਤ ਬਣਿਆ ਮੁਖਤਾਰ ਆਪਣੇ ਘਰ ਜਾਵੇਗਾ। ਆਪਣੇ ਹੀ ਘਰ ਵਿੱਚ ਉਹ ਚੋਰਾਂ ਵਾਂਗ ਦਾਖਲ ਹੋਵੇਗਾ। ਤਾਕੀ ਥਾਣੀ ਉਸਦੇ ਪੈਰਾਂ ਦੀ ਵਿੜਕ ਸੁਣ ਕੇ ਉਸਦੀ ਪਤਨੀ ਕੋਲੋਂ ਕੋਈ ਗੈਰ ਮਰਦ ਨਾਗ ਵਾਂਗ ਦੌੜ ਜਾਵੇਗਾ, ਪਰ ਆਪਣੀ ਕੁੰਜ ਉੱਥੇ ਛੱਡ ਜਾਵੇਗਾ, ਆਪਣਾ ਸੂਟ। ਮੁਖਤਾਰ ਉਸ ਸੂਟ ਨੂੰ ਚੁੱਕ ਲੈਂਦਾ ਤੇ ਕਹਿੰਦਾ ਹੈ, ਭਾਈਆ ਇਕਬਾਲ ਮੈਨੂੰ ਬੱਸ ਵਿੱਚ ਕਹਿਣ ਲੱਗਾ, ਪੁੱਤਰਾ ਮੇਰਾ ਯਕੀਨ ਕਰੀਂ, ਜੇ ਮੇਰਾ ਵੱਸ ਚੱਲਦਾ ਤਾਂ ਮੈਂ ਇਹ ਗੱਲ ਤੈਨੂੰ ਕਦੀ ਨਾ
ਦੱਸਦਾ, ਪਰ ਤੇਰੀ ਤਾਈ ਨੇ ਮੇਰਾ ਜਿਉਣਾ ਹਰਾਮ ਕੀਤਾ ਹੋਇਆ ਸੀ। ਮੈਨੂੰ ਰੋਜ਼ ਪੁੱਛਦੀ, ਤੂੰ ਮੁਖਤਾਰ ਨੂੰ ਉਹਦੀ ਜਨਾਨੀ ਬਾਰੇ ਦੱਸਿਆ ਕਿ ਨਹੀਂ। ਭਾਈਏ ਇਕਬਾਲ ਦੇ ਚਿਹਰੇ ਉੱਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਜ਼ਖਮੀ ਮੁਸਕਰਾਹਟ ਸੀ। ਉਸਦੇ ਮੱਥੇ ਤੋਂ ਇੱਕ ਪਰਛਾਵਾਂ ਲੰਘਿਆ ਤੇ ਉਹ ਕਹਿਣ ਲੱਗਾ, ਮੁਖਤਾਰ ਪੁੱਤਰ, ਮੈਨੂੰ ਲੱਗਦਾ ਤੇਰੀ ਗੈਰ ਹਾਜ਼ਰੀ ਵਿੱਚ ਕੋਈ ਗੈਰ ਮਰਦ ਤੇਰੇ ਘਰ ਆਉਂਦਾ ਹੈ। ਉੱਪਰ ਜੋ ਕੁਝ ਮੈਂ ਲਿਖਿਆ ਕਹਾਣੀ ਤਾਂ ਕਹਾਣੀਕਾਰ ਦੀ ਹੈ, ਪਰ ਬਿਆਨ ਮੇਰਾ ਹੈ। ਮੁਖਤਾਰ ਸੁੱਤਾ ਉੱਠ ਕੇ ਕੀ ਗੱਲ ਕਰਦਾ ਹੈ, ਇਹ ਵੀ ਮੈਂ ਆਪ ਹੀ ਸੋਚਿਆ, ਪਰ ਅੱਗੇ ਜੋ ਮੈਂ ਲਿਖਣਾ ਲੱਗਾ ਉਹ ਬਿਲਕੁਲ ਕਹਾਣੀਕਾਰ ਦਾ ਹੈ। ਜਦੋਂ ਮੁਖਤਾਰ ਭਾਈਏ ਇਕਬਾਲ ਦੇ ਮੂੰਹੋਂ ਆਪਣੀ ਬੀਬੀ ਬਾਰੇ ਇਹ ਗੱਲ ਸੁਣਦਾ ਹੈ ਤਾਂ ਉਸ ਉੱਪਰ ਕੀ ਗੁਜ਼ਰਦੀ ਹੈ, ਇਹ ਬਿਆਨ ਮੈਂ ਕਹਾਣੀਕਾਰ ਤੋਂ ਹੀ ਲਿਆ। ਮੁਖਤਾਰ ਦੱਸਦਾ ਹੈ ਕਹਾਣੀਕਾਰ ਦੇ ਹੀ ਸ਼ਬਦਾਂ ਦੇ ਵਿੱਚ, ਇਹ ਖਬਰ ਮੇਰੇ ਲਈ ਕੋਈ ਬੰਬ ਫਟਣ ਵਾਂਗ ਨਹੀਂ ਸੀ, ਕਿਸੇ ਉੜਕ ਦੇ ਕੋਮਲ ਮੈਕੈਨਿਜ਼ਮ ਦੇ ਬ੍ਰੇਕਡਾਊਨ ਵਾਂਗ ਸੀ। ਬਾਹਰੋਂ ਸਿਰਫ ਇਹੀ ਲੱਗਦਾ ਸੀ ਕੋਈ ਮਸ਼ੀਨ ਮਰ ਗਈ ਹੈ, ਪਰ ਅੰਦਰ ਗਹਿਰੇ ਕੋਨਿਆਂ ਵਿੱਚ ਕੋਈ ਚੀਜ਼ ਥਾਂ ਚੰਗਿਆੜੇ ਛੱਡ ਰਹੀ ਸੀ। ਇੱਕ ਤਾਰ ਤੋਂ ਦੂਜੀ ਤਾਰ ਤੱਕ ਭੜਕਦੀ ਕੋਈ ਪਿਘਲੀ ਹੋਈ ਉਬਲਦੀ ਧਾਤ ਫਿਊਲ ਦੇ ਟੈਂਕ ਦੇ ਉੱਪਰ ਚੋ ਰਹੀ ਸੀ। ਕਿੰਨੀਆਂ ਗਰਾਹੀਆਂ ਮੈਂ ਆਪਣੇ ਦਿਮਾਗ ਵਿੱਚ ਗਰ ਗਰ ਕਰਦੀਆਂ ਤੇ ਚੀਕਦੀਆਂ ਸੁਣੀਆਂ ਸਨ। ਬਹੁਤ ਸਾਰੀਆਂ ਗਰਾਰੀਆਂ ਸੀਗੀਆਂ ਜਿਹੜੀਆਂ ਮੈਂ ਆਪਣੇ ਦਿਮਾਗ ਵਿੱਚ ਚਲਦੀਆਂ ਸੁਣੀਆਂ ਸੀਗੀਆਂ, ਚੀਕਦੀਆਂ ਸੁਣੀਆਂ ਸੀ। ਕਹਿੰਦਾ ਕਿੰਨੀਆਂ ਗਰਾਰੀਆਂ ਸਨ ਜੋ ਮੈਂ ਆਪਣੇ ਦਿਮਾਗ ਵਿੱਚ ਗਰ ਗਰ ਕਰਦੀਆਂ ਚੀਕਦੀਆਂ ਸੁਣੀਆਂ। ਇਹ ਬਿਆਨ ਮੈਨੂੰ ਬਹੁਤ ਟੁੰਬਵਾਂ ਲੱਗਾ ਤੇ ਬਹੁਤ ਕਲਾਮਈ ਵੀ। ਮੁਖਤਾਰ ਜੋ ਪੇਸ਼ੇ ਵਜੋਂ ਮਕੈਨਿਕ ਹੈ, ਉਹ ਇਸ ਨੂੰ ਇਸ ਤਰ੍ਹਾਂ ਹੀ ਬਿਆਨ ਕਰ ਸਕਦਾ ਹੈ। ਮੇਰੇ ਕੋਲੋਂ ਇਸ ਤੋਂ ਬਿਹਤਰ ਕੁਝ ਨਹੀਂ ਸੀ, ਮੈਂ ਇਹਨੂੰ ਇਸ ਤਰ੍ਹਾਂ ਹੀ ਰੱਖਿਆ। ਇਸ ਤੋਂ ਅੱਗੇ ਕਹਾਣੀ ਇਉਂ ਚੱਲਦੀ ਹੈ ਕਿ ਮੁਖਤਾਰ ਆਪਣੀ ਪਤਨੀ ਨੂੰ ਕੁਝ ਨਹੀਂ ਕਹਿੰਦਾ, ਸਿਰਫ ਇੰਨੀ ਇਹੀ ਕਹਿੰਦਾ ਹੈ ਕਿ ਇਹ ਸੂਟ ਅੱਜ ਤੋਂ ਸਾਡਾ ਮਹਿਮਾਨ ਹੋਵੇਗਾ, ਹੁਣ ਇਹ ਸਦਾ ਸਾਡੇ ਨਾਲ ਰਹੇਗਾ। ਵਿਦਿਆਰਥੀਓ, ਉਹ ਜਿਹੜਾ ਉਹਦੀ ਪਤਨੀ ਦਾ ਪ੍ਰੇਮੀ ਹੁੰਦਾ ਸੂਟ ਉੱਥੇ ਭੁੱਲ ਜਾਂਦਾ ਹੈ। ਉਹ ਸਾਰੀ ਉਮਰ ਉਸਨੂੰ ਮੁਖਤਾਰ ਆਪਣੀ ਪਤਨੀ ਨੂੰ ਕਹਿੰਦਾ ਕਿ ਇਹਨੂੰ ਸਾਂਭ ਕੇ ਰੱਖਣਾ, ਸਾਡਾ ਮਹਿਮਾਨ ਹੋਊਗਾ। ਜਦੋਂ ਖਾਣਾ ਖਾਂਦੇ ਆਉਗੀ ਤਾਂ ਵੀ ਉੱਥੇ ਹਾਜ਼ਰ ਹੁੰਦਾ, ਕਿਤੇ ਪਾਰਟੀ ਤੇ ਜਾਂਦੇ ਤਾਂ ਵੀ ਉਹ ਹਾਜ਼ਰ ਹੁੰਦਾ। ਇਹ ਕਿਹੋ ਜਿਹਾ ਪ੍ਰਤੀਕਰਮ ਹੈ। ਕੋਰਸ ਚੋਂ ਇੱਕ ਜਣਾ ਦੂਸਰੇ ਨੂੰ ਪੁੱਛਦਾ ਹੈ, ਜੇ ਤੇਰੀ ਪਤਨੀ ਤੇਰੇ ਨਾਲ ਇਉਂ ਕਰੇ ਤਾਂ ਤੂੰ ਕੀ ਕਰੇਗਾ? ਮੈਂ ਉਹਦੀ ਹੱਤਿਆ ਕਰ ਦਿਆਂਗਾ, ਨਹੀਂ ਆਪ ਮਰ ਜਾਵਾਂਗਾ, ਨਹੀਂ ਮੈਂ ਕੁਝ ਨਹੀਂ ਕਰਾਂਗਾ, ਮੈਂ ਭਰਥਰੀ ਵਾਂਗ ਸੰਨਿਆਸ ਲੈ ਲਵਾਂਗਾ ਤੇ ਸਾਰੀ ਉਮਰ ਸੋਚਾਂਗਾ ਜ਼ਿੰਦਗੀ ਕੀ ਹੈ। ਮੁਖਤਾਰ ਇਹਨਾਂ ਚੋਂ ਕੁਝ ਵੀ ਨਹੀਂ ਕਰਦਾ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ, ਇਸ ਘਰ ਵਿੱਚ ਕੋਈ ਹਿੰਸਾ ਨਹੀਂ ਹੋਵੇਗੀ, ਮੈਂ ਸਿਰਫ ਇਹੀ ਚਾਹੁੰਦਾ ਕਿ ਤੂੰ ਇਸ ਮਹਿਮਾਨ ਦਾ ਖਿਆਲ ਰੱਖੇ ਪੂਰੀ ਮਾਨ ਮਰਿਆਦਾ ਨਾਲ। ਇੱਥੇ ਕੋਰਸ ਆਪਣੇ ਗੀਤ ਨਾਲ ਮੁਖਤਾਰ ਦੇ ਪ੍ਰਤੀਕਰਮ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸੁਣਿਆ ਜੋ ਕਦੀ ਸੁਣਿਆ ਨਾ ਸੀ, ਤੱਕਿਆ ਜੋ ਕਦੀ ਤੱਕਿਆ ਨਾ ਸੀ, ਮੇਰੇ ਸੁੱਤਿਆਂ ਸਮਿਆਂ ਵਿੱਚ ਇਹ ਪਹਿਲਾ ਜਾਗਿਆ ਪਲ ਮੇਰਾ, ਇੱਕ ਟਕੇ ਜਿਹੇ ਜੀਵਨ ਵਿੱਚ ਇੱਕ ਨੰਗਾ ਦਿਨ ਵੇਹਬਲ ਮੇਰਾ। ਇਹ ਦਿਨ ਮੈਂ ਜਾਣ ਨਹੀਂ ਦੇਣਾ, ਇਹ ਸੂਰਜ ਢਲ ਨਹੀਂ ਦੇਣਾ, ਇਹਨੂੰ ਚੁੱਕੀ ਰੱਖਣਾ ਹੱਥਾਂ ਤੇ, ਇਹਦੀ ਅੱਗ ਵਿੱਚ ਪਲ ਪਲ ਸੜਨਾ ਮੈਂ, ਇਹਦਾ ਦਫਨ ਕਫਨ ਨਹੀਂ ਕਰਨਾ ਮੈਂ, ਸੂਟ ਨੂੰ ਹੱਥਾਂ ਤੇ ਚੁੱਕ ਕੇ। ਇਹ ਵੇਸ ਹੈ, ਕੰਜ ਹੈ, ਕੀ ਹੈ ਇਹ ਭੂਤ ਹੈ, ਪ੍ਰੇਤ ਹੈ, ਕੀ ਹੈ ਇਹ ਖਲ ਹੈ, ਚਮ ਹੈ, ਕੀ ਹੈ ਇਹ ਕਿਸ ਦੀ ਲਾਸ਼ ਹੈ, ਕੀ ਹੈ ਇਹ ਮੇਰੀ ਆਹਤ ਹਉਮੈ, ਇਹ ਮੇਰਾ ਮਰਿਆ ਪੌਰਸ਼ ਹੈ, ਇਹ ਕੁਝ ਵੀ ਹੈ, ਇਹ ਜੋ ਵੀ ਹੈ, ਇਹਦਾ ਦਫਨ ਲਈ ਨਹੀਂ ਕਰਨਾ ਮੈਂ, ਇਹਦੀ ਅੱਗ ਵਿੱਚ ਪਲ ਪਲ ਸੜਨਾ ਮੈਂ। ਇਸ ਤੋਂ ਬਾਅਦ ਉਹ ਸੂਟ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਹੈ। ਖਾਣੇ ਵੇਲੇ ਉਸ ਲਈ ਮਿੰਨਾ ਨੂੰ ਖਾਣਾ ਪਰੋਸਣਾ ਪੈਂਦਾ ਹੈ। ਕੁਰਸੀ ਤੇ ਇਉਂ ਟੰਗਣਾ ਪੈਂਦਾ ਹੈ ਕਿ ਉਹ ਕਿਸੇ ਆਦਮੀ ਦੀ ਮੌਜੂਦਗੀ ਵਾਂਗ ਲੱਗੇ। ਕਦੀ ਕਦੀ ਮੁਖਤਾਰ ਦੇ ਕਹਿਣ ਤੇ ਮਿੰਨਾ ਸੂਟ ਨੂੰ ਬਾਹਰ ਘੁਮਾਉਣ ਲਈ ਵੀ ਲੈ ਜਾਂਦੀ ਹੈ। ਮਿੰਨਾ ਲਈ ਇਹ ਸਭ ਬਹੁਤ ਨਰਾਦਰ ਭਰਿਆ ਹੈ, ਪਰ ਹੌਲੀ ਹੌਲੀ ਉਹ ਇਸ ਦੀ ਆਦੀ ਹੋ ਰਹੀ ਹੈ। ਮਿੰਨਾ ਨੇ ਮੁਖਤਾਰ ਨਾਲ ਬੇਵਫਾਈ ਕਿਉਂ ਕੀਤੀ, ਇਸ ਬਾਰੇ ਕਹਾਣੀਕਾਰ ਚੁੱਪ ਹੈ। ਮਿੰਨਾ ਮੁਖਤਾਰ ਦੀ ਵਾਈਫ ਹੈ, ਇਕਬਾਲ ਉਹਨਾਂ ਦਾ ਦੋਸਤ ਹੈ ਜਿਹਨੇ ਸਾਰੀ ਕਹਾਣੀ ਨੂੰ ਦੱਸੀ ਸੀ। ਇਸ ਬਾਰੇ ਕਹਾਣੀਕਾਰ ਚੁੱਪ ਹੈ। ਮੈਨੂੰ ਬਰਟਰੰਡ ਰਸਲ ਇੱਕ ਲੇਖਕ ਹੈ ਵੀ,
ਯਾਦ ਆਉਂਦਾ ਹੈ ਜੋ ਭਵਿੱਖ ਦੇ ਵਿਆਹਾਂ ਵਿੱਚ ਅਜਿਹੇ ਸੰਬੰਧਾਂ ਨੂੰ ਜਾਇਜ਼ ਠਹਿਰਾਉਂਦਾ ਹੈ। ਉਸ ਦਾ ਵਿਚਾਰ ਹੈ ਕਿ ਇਹਨਾਂ ਸੰਬੰਧਾਂ ਦੀ ਹੋਂਦ ਹੀ ਵਿਆਹ ਵਰਗੀ ਪ੍ਰਥਾ ਨੂੰ ਮਾਲਕੀ ਦੀ ਭਾਵਨਾ ਤੋਂ ਮੁਕਤ ਕਰੇਗੀ। ਮਾਰਕਸ ਯਾਦ ਆਉਂਦਾ ਹੈ ਜੋ ਪਰਿਵਾਰ ਦੇ ਸਿਸਟਮ ਨੂੰ ਅੰਤ ਤੋੜਨ ਦਾ ਹਾਮੀ ਹੈ। ਸਾਰਤਰ ਅਤੇ ਸਿਮੋਨ ਯਾਦ ਆਉਂਦੇ ਹਨ। ਆਪਣੇ ਸੰਬੰਧਾਂ ਸਮੇਤ ਗਜ਼ਲ ਯਾਦ ਆਉਂਦੀ ਹੈ। ਗਜ਼ਲ ਕਿਹੜੀ ਹੈ? ਦਿਲ 'ਚ ਰਹਿ ਕੇ ਕਿਸੇ ਦਾ ਜੋ ਖਿਆਲ ਆਉਂਦਾ ਹੈ, ਇਹ ਬੁਰੀ ਗੱਲ ਹੈ, ਖਿਆਲ ਇਹ ਵੀ ਤਾਂ ਨਾਲ ਆਉਂਦਾ ਹੈ। ਮੈਂ ਹਾਂ ਉਹ ਨੀਂਦ ਨਦੀ ਜਿਸ 'ਚ ਨੇ ਐਸੇ ਸੁਪਨੇ, ਖੌਫ ਆਉਂਦਾ ਹੈ ਜਦੋਂ ਕੰਢੇ ਤੇ ਜਾਲ ਆਉਂਦਾ ਹੈ ਬਹੁਤ ਉੱਚਾ ਸਦਾਚਾਰ ਦਾ ਗੁੰਮਦ, ਫਿਰ ਵੀ ਡੁੱਬ ਹੀ ਜਾਂਦਾ ਹੈ ਜਦ ਮਨ 'ਚ ਉਛਾਲ ਆਉਂਦਾ ਹੈ। ਕੀ ਤੇਰਾ ਮਨ ਵੀ ਹੈ ਵੇ ਸਿਦਕ ਮੇਰੇ ਮਨ ਵਰਗਾ, ਕੰਬ ਜਾਂਦਾ ਹਾਂ ਜਦੋਂ ਮਨ 'ਚ ਸਵਾਲ ਆਉਂਦਾ ਹੈ। ਇਸ ਬਾਰੇ ਕਹਾਣੀਕਾਰ ਚੁੱਪ ਹੈ, ਮਿੰਨਾ ਵੀ ਚੁੱਪ ਹੈ। ਉਹ ਫਿਰ ਕਦੀ ਉਸ ਗੈਰ ਮਰਦ ਨੂੰ ਯਾਦ ਕਰਦੀ ਜਾਂ ਉਸ ਦੀ ਉਦਰੀ ਵੀ ਨਹੀਂ ਦਿਸਦੀ, ਪਰ ਮੇਰੇ ਅਲੇਖ ਵਿੱਚ ਇੱਕ ਦਿਨ ਉਹ ਇਸ ਬਾਰੇ ਸੋਚਦੀ ਹੈ ਕਿ ਉਸਨੇ ਇਹ ਕਿਉਂ ਕੀਤਾ। ਸ਼ਾਇਦ ਮੈਂ ਮੁਖਤਾਰ ਨੂੰ ਪਿਆਰ ਨਹੀਂ ਕਰਦੀ, ਸ਼ਾਇਦ ਮੁਖਤਾਰ ਮੈਨੂੰ ਪਿਆਰ ਨਹੀਂ ਕਰਦਾ, ਸ਼ਾਇਦ ਪਤਾ ਨਹੀਂ। ਜਦੋਂ ਉਹ ਆਪਣੇ ਆਪ ਨਾਲ ਇਹ ਗੱਲਾਂ ਕਰਦੀ ਹੈ ਤਾਂ ਕੋਰਸ ਗਾਉਂਦਾ ਹੈ। ਚੁੱਪ ਕਰ ਅੜੀਏ ਚੁੱਪ ਕਰ, ਸਾਗਰ ਦੀ ਗਹਿਰਾਈ ਲਾਗੇ, ਊਣੇ ਬੋਲ ਨਾ ਬੋਲ, ਸੂਰਜ ਚੰਨ ਸਿਤਾਰੇ ਬਲਦੇ, ਇਹ ਤੂੰ ਹੀ ਨਾ ਫੋਲ। ਚੁੱਪ ਕਰ ਅੜੀਏ ਚੁੱਪ ਕਰ, ਬੋਲਿਆਂ ਚੁੱਪ ਜ਼ਖਮੀ ਹੁੰਦੀ ਹੈ। ਕਹਿੰਦੀ ਬੋਲਿਆਂ ਚੁੱਪ ਜ਼ਖਮੀ ਹੁੰਦੀ ਹੈ, ਸੱਚ ਝੂਠਾ ਹੋ ਜਾਂਦਾ ਹੈ। ਸਾਗਰ 'ਚ ਜੋ ਕਤਰਾ ਕੱਢੀਏ ਉਹ ਝੂਠਾ ਹੋ ਜਾਂਦਾ ਹੈ। ਚੁੱਪ ਕਰ ਅੜੀਏ ਚੁੱਪ ਕਰ, ਰਹਿਣ ਦੇ ਕੱਜੇ ਚੰਨ ਸਿਤਾਰੇ, ਰਹਿਣ ਦੇ ਕੱਜੀਆਂ ਨਦੀਆਂ। ਪਲ ਵੀ ਸਾਡੀ ਸਮਝ ਨਾ ਆਇਆ, ਲੰਘ ਗਈਆਂ ਸਦੀਆਂ। ਚੁੱਪ ਕਰ ਅੜੀਏ ਚੁੱਪ ਕਰ, ਪਲ ਪਲ ਪਾਵਨ ਪਲ ਪਲ ਗੰਧਲਾਂ, ਪਲ ਪਲ ਪਾਵਨ ਪਲ ਪਲ ਗੰਧਲਾ। ਹੁਣ ਸੱਜਰਾ ਹੁਣ ਬਿਹਾ, ਮਾਟੀ ਕਾ ਕਿਆ ਧੋਵੇ ਸੁਆਮੀ, ਮਾਨਸ ਕੀ ਗਤ ਇਹਾ। ਚੁੱਪ ਕਰ ਅੜੀਏ ਚੁੱਪ ਕਰ, ਆਪਣੀ ਕਾਇਆ ਹੀ ਹੈ ਛੋੜੀ, ਆਪਣੀ ਹੋਂਦ ਕਸੂਰ ਏ। ਚੁੱਪ ਮਨਸਿਫ ਦੇ ਆਖੇ ਲੱਗ ਕੇ, ਮਰ ਜਾਣਾ ਮਨਜ਼ੂਰ ਏ। ਚੁੱਪ ਕਰ ਅੜੀਏ ਚੁੱਪ ਕਰ, ਮਿੱਟੀ ਵਿੱਚ ਦਫਨਾਈਏ ਮਿੱਟੀਏ, ਫੁੱਲ ਪੱਤੀਆਂ ਬਣ ਖਿੜ ਜਾ, ਇਹੀ ਤੇਰਾ ਵੇਸ ਨੀ ਕੁੜੀਏ, ਇਹੀ ਤੇਰੀ ਨਗਨਤਾ। ਚੁੱਪ ਕਰ ਅੜੀਏ ਚੁੱਪ ਕਰ, ਪਹਿਨ ਲੈ ਮੁੜ ਕੇ ਸੂਹੇ ਸਾਵੇ, ਪਾਵਨ ਤੇਰਾ ਖਿੜਨਾ, ਇੱਕ ਅਥਰੂ ਵਿੱਚ ਧੋਤੇ ਜਾਣਾ, ਹੋਰ ਕੀ ਤੀਰਥ ਕਰਨਾ। ਚੁੱਪ ਕਰ ਅੜੀਏ ਚੁੱਪ ਕਰ। ਸੋਚਦਾ ਹਾਂ ਲਾਸ਼ਾਂ ਦਾ ਦਫਨ ਕਫਨ ਕਰ ਦੇਣਾ ਚਾਹੀਦਾ ਹੈ, ਆਪਣੇ ਅਥਰੂ ਵਿੱਚ ਧੋਤੇ ਗਏ ਬੰਦਿਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਨਾਟਕ ਦੇ ਸ਼ੁਰੂ ਵਿੱਚ ਮਿੰਨਾ ਦੋਸ਼ੀ ਲੱਗਦੀ ਹੈ, ਪਰ ਅੰਤ ਤੱਕ ਪਹੁੰਚਦਿਆਂ ਮੁਖਤਾਰ ਦੋਸ਼ੀ ਲੱਗਣ ਲੱਗ ਪੈਂਦਾ ਹੈ। ਉਹ ਹਰ ਖਾਣੇ ਵੇਲੇ ਸੂਟ ਨੂੰ ਯਾਦ ਰੱਖਦਾ ਹੈ। ਜੋ ਮਿੰਨਾ ਭੁੱਲ ਜਾਵੇ ਜਾਂ ਜਾਣਬੁੱਝ ਕੇ ਭੁੱਲਣਾ ਚਾਹੇ ਤਾਂ ਉਹ ਸਰਗੋਸ਼ੀ ਕਰਦਾ ਹੈ। ਮਿੰਨਾ ਆਪਣਾ ਮਹਿਮਾਨ, ਜੇ ਮਿੰਨਾ ਫਿਰ ਵੀ ਉੱਠ ਕੇ ਸੂਟ ਨੂੰ ਮੇਜ਼ ਕੁਰਸੀ ਤੇ ਹਾਜ਼ਰ ਨਾ ਕਰੇ ਤਾਂ ਉਹ ਇਸ ਤਰ੍ਹਾਂ ਗਰਜਦਾ ਹੈ ਕਿ ਮਿੰਨਾ ਜੜ੍ਹਾਂ ਤੱਕ ਕੰਮ ਜਾਂਦੀ ਹੈ। ਕਈ ਵਾਰੀ ਮਿੰਨਾ ਸੋਚਦੀ ਹੈ ਕਿ ਉਹ ਇਹ ਘਰ ਛੱਡ ਕੇ ਚਲੀ ਜਾਵੇ, ਪਰ ਫਿਰ ਸੋਚਦੀ ਹੈ ਕਿੱਥੇ ਜਾਵੇ। ਮਿੰਨਾ ਆਪਣੀ ਜ਼ਿੰਦਗੀ ਨੂੰ ਕੋਈ ਅਰਥ ਦੇਣ ਲਈ ਔਰਤਾਂ ਦਾ ਇੱਕ ਕਲੱਬ ਜੁਆਇਨ ਕਰਦੀ ਹੈ। ਉਸਦਾ ਫਾਰਮ ਭਰਦਿਆਂ ਇਹ ਵਿਅੰਗਾਤਮਕ ਗੀਤ ਚੱਲਦਾ ਹੈ। ਤੁਹਾਡਾ ਨਾਮ ਕੀ ਹੈ? ਤੁਹਾਡੇ ਨਾਮ ਸਿਰ ਇਲਜ਼ਾਮ ਕੀ ਹੈ? ਤੁਸੀਂ ਜਨਮੇ ਕਦੋਂ ਸੀ? ਕਦ ਮਰੋਗੇ? ਦਿਓਗੇ ਦਰਦ ਕਿੰਨੇ ਦੁੱਖ ਜਰੋਗੇ? ਪਤੀ ਦਾ ਨਾਮ ਕੀ ਹੈ? ਤੁਹਾਡੇ ਦੋਹਾਂ ਦੇ ਵਿਚਕਾਰ ਝਗੜਾ ਆਮ ਕੀ ਹੈ? ਕੋਈ ਸੰਤਾਨ ਹੈ ਜਾਂ ਕਿ ਨਹੀਂ? ਤੁਹਾਡੇ ਰਿਸ਼ਤਿਆਂ ਵਿੱਚ ਜਾਨ ਹੈ ਕਿ ਨਹੀਂ? ਤੁਹਾਡੇ ਸ਼ੌਂਕ ਕੀ ਹੈ? ਸ਼ੁਗਲ ਕੀ ਹੈ? ਤੁਹਾਡੇ ਜਿਉਣ ਦੇ ਕੀ ਨੇ ਬਹਾਨੇ? ਤੁਹਾਨੂੰ ਮਰਨ ਦੇ ਵਿੱਚ ਉਜ਼ਰ ਕੀ ਹੈ?
ਤੇ ਫਿਰ ਆਉਂਦੀ ਹੈ ਉਹ ਆਖਰੀ ਸ਼ਾਮ ਜਦੋਂ ਮਿੰਨਾ ਲਈ ਜਿੱਲਤ ਅਤੇ ਅਪਮਾਨ ਦੀ ਇੰਤਹਾ ਹੋ ਜਾਂਦੀ ਹੈ। ਮਿੰਨਾ ਆਪਣੇ ਕਲੱਬ ਦੀਆਂ ਸਹੇਲੀਆਂ ਨੂੰ ਪਾਰਟੀ ਤੇ ਬੁਲਾਉਂਦੀ ਹੈ। ਮਿੰਨਾ ਟੇਬਲ ਸਜਾ ਰਹੀ ਹੈ, ਮਹਿਮਾਨ ਆ ਰਹੇ ਹੈ, ਮਹਿਮਾਨ ਕੁਰਸੀਆਂ ਤੇ ਬੈਠ ਜਾਂਦੇ ਨੇ, ਖਾਣਾ ਸ਼ੁਰੂ ਕਰਨ ਲੱਗਦੇ ਹਨ। ਮੁਖਤਾਰ ਮਿੰਨਾ ਵੱਲ ਭੇਤ ਭਰੀਆਂ ਨਿਗਾਹਾਂ ਨਾਲ ਦੇਖਦਾ ਹੈ। ਮਿੰਨਾ ਉਸ ਤੋਂ ਨਜ਼ਰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਮੁਖਤਾਰ ਉਸ ਦੇ ਕੰਨ ਵਿੱਚ ਘੁਸਰ-ਮੁਸਰ ਕਰਦਾ ਹੈ। ਆਪਣਾ ਖਾਸ ਮਹਿਮਾਨ। ਮਿੰਨਾ ਕਹਿੰਦੀ ਹੈ, ਪਲੀਜ਼ ਮੁਖਤਾਰ ਅੱਜ ਰਹਿਣ ਦੇ, ਬਸ ਕਰ ਇੱਕ ਵਾਰ। ਮੁਖਤਾਰ ਗੁੱਸੇ ਨਾਲ ਬੋਲਦਾ, ਮਿੰਨਾ। ਜਦੋਂ ਮਿੰਨਾ ਫਿਰ ਵੀ ਨਹੀਂ ਉੱਠਦੀ ਤਾਂ ਉਹ ਗਰਜਦਾ ਹੈ, ਹੁਣ ਤੈਨੂੰ ਉਹਦੇ ਕੋਲ ਸ਼ਰਮ ਆਉਂਦੀ ਹੈ? ਮਿੰਨਾ ਡਰ ਨਾਲ ਪੀਲੀ ਭੂਖ ਹੋ ਜਾਂਦੀ ਹੈ, ਉੱਠਦੀ ਹੈ, ਸੂਟ ਲਿਆ ਕੇ ਕੁਰਸੀ ਤੇ ਸਜਾ ਦਿੰਦੀ ਹੈ, ਉਸਦੇ ਅੱਗੇ ਖਾਣਾ ਪਰੋਸ ਦਿੰਦੀ ਹੈ। ਸਾਰੇ ਮਹਿਮਾਨ ਹੈਰਾਨ ਹੋ ਜਾਂਦੇ ਹਨ, ਫਿਰ ਅਚਾਨਕ ਬੋਲਣ ਲੱਗ ਪੈਂਦੇ ਹਨ, ਇਹ ਕੀ ਹੋ ਰਿਹਾ ਹੈ? ਇਹ ਸੂਟ ਅੱਗੇ ਖਾਣਾ ਪਰੋਸਣ ਦਾ ਕੀ ਮਤਲਬ? ਕਈ ਮਹਿਮਾਨ ਅਜੀਬ ਤਰ੍ਹਾਂ ਹੱਸਦੇ ਹਨ। ਇਹਦਾ ਕੀ ਮਤਲਬ ਹੋਇਆ? ਮੁਖਤਾਰ ਕਹਿਣ ਲੱਗਾ, ਮਿੰਨਾ ਤੋਂ ਪੁੱਛੋ, ਉਹੀ ਇਸ ਸ਼ਖਸ ਨੂੰ ਸਭ ਤੋਂ ਵੱਧ ਜਾਣਦੀ ਹੈ। ਕੁਝ ਪਲ ਤਾਂ ਮਿੰਨਾ ਕੁਝ ਨਾ ਬੋਲੀ, ਫਿਰ ਬੇਯਕੀਨੇ ਜਿਹੇ ਢੰਗ ਨਾਲ ਕਹਿਣ ਲੱਗੀ, ਇਹ ਬਸ ਇੱਕ ਖੇਡ ਹੈ ਜਿਹੜੀ ਮੈਂ ਤੇ ਮੁਖਤਾਰ ਖਾਣਾ ਖਾਣ ਵੇਲੇ ਹਰ ਵਾਰ ਖੇਡਦੇ ਹਾਂ। ਸਾਰੇ ਉੱਚੀ ਉੱਚੀ ਹੱਸ ਪੈਂਦੇ ਨੇ ਤੇ ਖਾਣਾ ਖਾਣ ਲੱਗ ਪਏ। ਖਾਣ ਤੋਂ ਬਾਅਦ ਨਿਰਤ ਸ਼ੁਰੂ ਹੁੰਦਾ ਹੈ, ਸਭ ਨੱਚਣ ਲੱਗਦੇ ਆ ਆਪਣੇ ਆਪਣੇ ਸਾਥੀ ਨਾਲ। ਮੁਖਤਾਰ ਤੇ ਮਿੰਨਾ ਵੀ ਨੱਚਣ ਲੱਗਦੇ ਨੇ। ਮੁਖਤਾਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਹ ਸੂਟ ਚੁੱਕ ਲਿਆਇਆ ਤੇ ਮਿੰਨਾ ਨੂੰ ਸੂਟ ਨਾਲ ਨਚਾਉਣ ਲੱਗਾ। ਮੂਲ ਕਹਾਣੀ ਮੁਤਾਬਕ ਇਸ ਪਾਰਟੀ ਤੋਂ ਅਗਲੀ ਸ਼ਾਮ ਜਦੋਂ ਮੁਖਤਾਰ ਕੰਮ ਤੋਂ ਵਾਪਸ ਆਉਂਦਾ ਤਾਂ ਮਿੰਨਾ ਆਪਣੇ ਬਿਸਤਰੇ ਤੇ ਮਰੀ ਪਈ ਹੁੰਦੀ ਹੈ। ਪਰ ਸਾਡੇ ਨਾਟਕ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਤੇ ਨੀਲਮ ਕਹਿੰਦੀ ਹੈ, ਮੈਨੂੰ ਇਹ ਅੰਤ ਮਨਜ਼ੂਰ ਨਹੀਂ, ਮਿੰਨਾ ਨੂੰ ਮਰਨਾ ਨਹੀਂ ਚਾਹੀਦਾ। ਸਕ੍ਰਿਪਟ ਵਿੱਚ ਪਾਰਟੀ ਤੋਂ ਪਹਿਲਾਂ ਇੱਕ ਰਾਤ ਜੋੜੀ ਜਾਂਦੀ ਹੈ, ਜਿਸ ਰਾਤ ਦੌਰਾਨ ਸ਼ਰਾਬੀ ਮੁਖਤਾਰ ਮਿੰਨਾ ਨੂੰ ਪਿਆਰ ਕਰਦਾ ਹੋਇਆ ਅਚਾਨਕ ਸੂਟ ਨੂੰ ਵਿਚਕਾਰ ਲੈ ਆਉਂਦਾ ਹੈ ਤੇ ਮਿੰਨਾ ਨੂੰ ਮਜਬੂਰ ਕਰਦਾ ਹੈ ਕਿ ਉਹ ਸੂਟ ਨੂੰ ਪਿਆਰ ਕਰੇ। ਫਿਰ ਪਾਰਟੀ ਦੀ ਸ਼ਾਮ ਦੌਰਾਨ ਉਹ ਮਿੰਨਾ ਨੂੰ ਸੂਟ ਨਾਲ ਨੱਚਣ ਲਈ ਮਜਬੂਰ ਕਰਦਾ ਹੈ। ਮਿੰਨਾ ਦੌੜ ਕੇ ਸੂਟ ਅੰਦਰ ਰੱਖ ਆਉਂਦੀ ਹੈ। ਮੁਖਤਾਰ ਫਿਰ ਸੂਟ ਚੁੱਕ ਲਿਆਉਂਦਾ ਹੈ। ਇਹੀ ਗੱਲ 2-3 ਵਾਰ ਦੁਹਰਾਈ ਜਾਂਦੀ ਹੈ। ਮਿੰਨਾ ਜੀ ਭਿਆਣੀ ਹੋ ਕੇ ਸੂਟ ਪਕੜ ਕੇ ਅੰਦਰ ਚਲੀ ਜਾਂਦੀ ਹੈ। ਮੁਖਤਾਰ ਗੁੱਸੇ ਨਾਲ ਆਵਾਜ਼ ਮਾਰਦਾ, ਮਿੰਨਾ ਮਿੰਨਾ। ਮਿੰਨਾ ਅੰਦਰੋਂ ਆਉਂਦੀ ਹੈ, ਬਿਲਕੁਲ ਵੱਖਰੇ ਰੌਬ ਵਿੱਚ। ਉਸਨੇ ਹੁਣ ਸੂਟ ਪਕੜਿਆ ਹੋਇਆ ਨਹੀਂ, ਪਹਿਨਿਆ ਹੋਇਆ ਹੈ। ਮਹਿਮਾਨ ਉਸਦੀ ਅਦਾ ਤੇ ਖੁਸ਼ ਹੁੰਦੇ ਹਨ। ਮੁਖਤਾਰ ਹੱਕਾ ਬੱਕਾ ਹੈ, ਉਹ ਉਹਦਾ ਸੂਟ ਉਤਾਰਨ ਦੀ ਕੋਸ਼ਿਸ਼ ਕਰਦਾ ਹੈ, ਮਿੰਨਾ ਨਹੀਂ ਉਤਾਰਦੀ। ਹੁਣ ਇਹ ਪਹਿਰਾਵਾ ਨਹੀਂ, ਮੇਰੀ ਚਮੜੀ ਹੈ। ਮਿੰਨਾ ਦੇ ਇਸ ਵਾਕ ਨਾਲ ਨਾਟਕ ਇੱਕ ਨਵੀਂ ਸਿੱਖ ਸਿਰਜ ਕੇ ਖਤਮ ਹੋ ਜਾਂਦਾ ਹੈ। ਇਹ ਵਾਕ ਮੂਲ ਕਹਾਣੀ ਦਾ ਹਿੱਸਾ ਨਹੀਂ। ਸੋ ਵਿਦਿਆਰਥੀਓ, ਇਸ ਚੈਪਟਰ ਦੇ ਵਿੱਚ, ਇਸ ਕਾਂਡ ਦੇ ਵਿੱਚ ਲੇਖਕ ਨੇ ਇੱਕ ਵਿਦੇਸ਼ੀ ਨਾਟਕ ਦਾ ਤਰਜਮਾ ਕੀਤਾ ਹੈਗਾ, ਇੱਕ ਵਿਦੇਸ਼ੀ ਕਹਾਣੀ ਦਾ ਤਰਜਮਾ ਕੀਤਾ ਜਿਹਨੂੰ ਨੀਲਮ ਮਾਨ ਸਿੰਘ ਨੇ ਖੇਡਿਆ। ਔਰ ਇਸ ਨਾਟਕ ਦਾ ਜ਼ਿਕਰ ਕਰਦਾ ਹੋਇਆ ਲੇਖਕ ਇਸ ਦੇ ਵਿੱਚ ਜਿਹੜੀ ਕਹਾਣੀ ਤਬਦੀਲ ਕੀਤੀ ਹੈ ਉਹਦੇ ਬਾਰੇ ਵੀ ਜ਼ਿਕਰ ਕਰਦਾ। ਇਸ ਨਾਟਕ ਦੇ ਵਿੱਚ ਮੁੱਖ ਤੌਰ ਦੇ ਉੱਪਰ 3 ਕਰੈਕਟਰ ਹੈ। ਮੇਨ ਕਰੈਕਟਰ ਤਾਂ 2 ਹੀ ਹੈ, ਇੱਕ ਮੁਖਤਾਰ ਤੇ ਇੱਕ ਉਹਦੀ ਪਤਨੀ ਮਿੰਨਾ। ਮਿੰਨਾ ਮੁਖਤਾਰ ਨਾਲ ਸ਼ੁਰੂ ਦੇ ਵਿੱਚ ਧੋਖਾ ਕਰਦੀ ਹੈ। ਉਸ ਦੀ ਗੈਰ ਹਾਜ਼ਰੀ ਦੇ ਵਿੱਚ ਮੁਖਤਾਰ ਜਦੋਂ ਆਫਿਸ ਜਾਂਦਾ, ਉਹਦੀ ਗੈਰ ਹਾਜ਼ਰੀ ਦੇ ਵਿੱਚ ਬਗਾਨੇ ਮਰਦ ਨੂੰ ਆਪਣੇ ਕੋਲ ਬੁਲਾਉਂਦੀ ਹੈ। ਬਾਅਦ ਦੇ ਵਿੱਚ ਇਕਬਾਲ ਦੇ ਰਾਹੀਂ ਇਸ ਗੱਲ ਦਾ ਮੁਖਤਾਰ ਨੂੰ ਪਤਾ ਲੱਗਦਾ। ਜਦੋਂ ਮੁਖਤਾਰ ਮੌਕੇ ਤੇ ਉਹਨਾਂ ਨੂੰ ਪਕੜ ਲੈਂਦਾ ਹੈ ਤੇ ਬਾਅਦ ਦੇ ਵਿੱਚ ਸਾਰੀ ਉਮਰ ਉਹਨੂੰ ਜਿੱਲਤ ਦੀ ਜ਼ਿੰਦਗੀ ਜਿਉਣੀ ਪੈਂਦੀ ਹੈ ਮਿੰਨਾ ਨੂੰ, ਕਿਉਂਕਿ ਜਿਹੜਾ ਉਹਦਾ ਸੂਟ ਰਹਿ ਜਾਂਦਾ ਹੈ ਉਹ ਸੂਟ ਦੇ ਨੂੰ ਦਿਖਾ ਕੇ ਮੁਖਤਾਰ ਸਾਰੀ ਉਮਰ ਮਿੰਨਾ ਨੂੰ ਉਹਦਾ ਜ਼ਿਕਰ ਕਰਦਾ ਹੈ ਕਿ ਦੇਖ, ਤੂੰ ਜਿਹੜੀ ਗਲਤੀ ਕੀਤੀ ਸੀ ਉਹਦੀ ਸਜ਼ਾ ਤੈਨੂੰ ਇਹੀ ਮਿਲੂਗੀ। ਵਿਦਿਆਰਥੀਓ, ਵਰਤਮਾਨ ਯੁੱਗ ਦੇ ਵਿੱਚ ਮਨੁੱਖ ਕਈ ਤਰ੍ਹਾਂ ਦੇ ਕਿਰਦਾਰ ਜਿਉਂਦਾ ਹੈ, ਕਈ ਤਰ੍ਹਾਂ ਦੀਆਂ ਜ਼ਿੰਦਗੀਆਂ ਜਿਉਂਦਾ ਹੈ। ਪਰਦੇ ਦੇ ਹੇਠ ਜਿਹੜੀ ਜਿਉਈ ਜਾ ਰਹੀ ਜ਼ਿੰਦਗੀ ਹੈਗੀ ਹੈ ਉਹਦਾ ਜ਼ਿਕਰ ਲੇਖਕ ਇੱਥੇ ਕਰ ਰਿਹਾ ਹੈਗਾ। ਇਹਦੇ ਨਾਲ ਹੀ ਉਹ ਬਰਟਨ ਰਸਲ ਵਰਗੇ ਲੇਖਕਾਂ ਦਾ ਵੀ ਜ਼ਿਕਰ ਕਰਦਾ ਹੈ, ਜਾਂ ਉਹ ਕਹਿੰਦਾ ਵੀ ਜਿਹੜਾ ਭਵਿੱਖ ਦੇ ਵਿਆਹ ਹੋਣਗੇ ਉਹਦੇ ਵਿੱਚ ਰਿਲੇਸ਼ਨ ਆਮ ਹੋਣਗੇ, ਉਹ ਰਿਲੇਸ਼ਨ ਸੁਖੀ ਜ਼ਿੰਦਗੀ ਦੇ ਲਈ ਜ਼ਰੂਰੀ ਹੋਣਗੇ, ਇਹ ਗੱਲ ਕਰ ਰਿਹਾ ਲੇਖਕ। ਨਾਲ ਹੀ ਉਹ ਕਹਿੰਦਾ ਕਿ ਮਾਰਕਸ ਵੀ ਉਹਨੂੰ ਯਾਦ ਆਉਂਦਾ ਹੈ ਕਿ ਪਰਿਵਾਰ ਦਾ ਸਿਸਟਮ ਹੈ ਜਿਹੜਾ ਉਹਦਾ ਅੰਤ ਹੋਣਾ ਚਾਹੀਦਾ ਹੈ, ਅੰਤ ਹੋਊਗਾ। ਤੇ ਇਹ ਵੀ ਇੱਕ ਗੱਲ ਹੈ। ਸਾਰਤਰ ਤੇ ਸਿਮੋਨ ਸਾਰੀ ਉਮਰ ਇਕੱਠੇ ਰਹੇ ਬਗੈਰ ਵਿਆਹ ਤੋਂ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਇਹਨਾਂ ਦਾ ਜ਼ਿਕਰ ਵੀ ਲੇਖਕ ਕਰਦਾ। ਸੋ ਵਿਦਿਆਰਥੀਓ, ਇਸ ਨਾਟਕ ਦੇ ਵਿੱਚ ਇੱਕ ਨਵਾਂ ਵਿਸ਼ਾ ਉੱਭਰਦਾ ਹੈ। ਨਵਾਂ ਵਿਸ਼ਾ ਇਹ ਉੱਭਰਦਾ ਹੈ ਕਿ
ਜਿਹੜਾ ਵਿਆਹ ਹੋਣ ਤੋਂ ਬਾਅਦ ਜਿਹੜੇ ਸੰਬੰਧ ਬਣਦੇ ਹੈਗੇ ਸਮਾਜ ਦੇ ਵਿੱਚ, ਉਹ ਸਮਾਜਿਕ ਜ਼ਿੰਦਗੀ ਦੇ ਵਿੱਚ, ਆਪਣੀ ਵਿਆਹਤਾ ਜ਼ਿੰਦਗੀ ਦੇ ਵਿੱਚ, ਪਰਿਵਾਰ ਦੇ ਵਿੱਚ ਬਹੁਤ ਘਾਤਕ ਨੇ। ਇਸ ਤਰ੍ਹਾਂ ਦੇ ਸੰਬੰਧ ਹੀ ਕਿਤੇ ਨਾ ਕਿਤੇ ਮਨੁੱਖ ਦੀ ਜ਼ਿੰਦਗੀ ਨੂੰ ਤੋੜਦੇ ਹੈ, ਔਰ ਇਹ ਸੰਬੰਧ ਪਰਿਵਾਰ ਨੂੰ ਤੋੜਨ ਦਾ ਮੂਲ ਕਾਰਨ ਬਣ ਜਾਂਦੇ ਹੈ, ਔਰ ਇਹ ਜਿੱਲਤ ਭਰੀ ਜ਼ਿੰਦਗੀ ਨੂੰ ਜਿਉਣ ਦੇ ਲਈ ਵੀ ਮਜਬੂਰ ਕਰਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ, ਇਹਨਾਂ ਤੋਂ ਸਮਾਜ ਨੂੰ ਲੇਖਕ ਅਨੁਸਾਰ ਬਚਣ ਦੀ ਲੋੜ ਹੈ, ਬਚਾਉਣ ਦੀ ਲੋੜ ਹੈ। ਤੇ ਜਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਇਨਸਾਨ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ, ਉਹਦਾ ਜ਼ਿਕਰ ਲੇਖਕ ਨੇ ਕੀਤਾ ਹੈ। ਸੋ ਇਸ ਕਾਂਡ ਦੇ ਵਿੱਚ ਮੁੱਖ ਤੌਰ ਦੇ ਉੱਪਰ 3 ਹੀ ਪਾਤਰ ਆਏ ਹੈ, ਮਿੰਨਾ, ਮੁਖਤਾਰ ਤੇ ਇਕਬਾਲ। ਇਹਨਾਂ ਨੂੰ ਤੁਸੀਂ ਚੇਤੇ ਰੱਖਣਾ ਹੈ। ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਚੈਪਟਰ ਦੀ ਗੱਲ ਕਰਾਂਗੇ। ਅੱਜ ਇਸ ਚੈਪਟਰ ਦੀ ਆਪਾਂ ਇੱਥੇ ਹੀ ਗੱਲ ਖਤਮ ਕਰਨ ਲੱਗੇ ਹਾਂ।